1947 ਤੋਂ ਬਾਅਦ ਦੀ ਗੱਲ ਹੈ ਜਦੋਂ ਕਿਸੇ ਨੇ ਸੱਚਮੁੱਚ ਪਾਕਿਸਤਾਨ ਦੀ ਅਦਾਲਤ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਕੇਸ ਕਰ ਦਿੱਤਾ ਸੀ ਤੇ ਫਿਰ ਸੈਸ਼ਨ ਕੋਰਟ ਦੀਆਂ ਸੁਣਵਾਈਆਂ ਤੋਂ ਲੈ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਇਹ ਮੁਕੱਦਮਾ ਦਹਾਕਿਆਂ ਤੱਕ ਚੱਲਦਾ ਰਿਹਾ। दरअसल ये सारा मसला उस 757 मरबे यानी कि 19,000 किले जमीन नूं लैके सी जिहदे मालक श्री गुरु नानक पातशाह आप सन पर एक सधारण परिवार च जम्मे ते खेतीबाड़ी वर्गा सधारण किता करन वाले श्री गुरु नानक पातशाह इन्नी वड्डी जायदाद दे मालक आखिर किवें बन गए ते इहो जिहा की विवाद बन गया सी कि गुरु साहिब दे ज्योति जोत समाउण दे 400 सालां बाद ਕਿਸੇ ਨੂੰ ਉਹਨਾਂ ਤੇ ਕੇਸ ਕਰਨਾ ਪੈ ਗਿਆ। ਜਾਣਾਂਗੇ ਇਹ ਸਭ ਕੁਝ ਅੱਜ ਦੇ ਇਸ ਵੀਡੀਓ ਵਿੱਚ। ਤਾਂ ਚਲੋ ਫਿਰ ਸਕਸੈਸ ਦਾ ਰਾਹ ਚੈਨਲ ਸਬਸਕ੍ਰਾਈਬ ਕਰਦੇ ਹੋਏ ਅੱਗੇ ਵਧੀਏ। ਦਰਅਸਲ ਇਹ ਸਾਰਾ ਮਾਮਲਾ ਸਮਝਣ ਲਈ ਸਾਨੂੰ ਕਈ ਸਦੀਆਂ ਪਿੱਛੇ ਜਾ ਕੇ ਪਹਿਲਾਂ ਇਹਦਾ ਪਿਛੋਕੜ ਸਮਝਣਾ ਪਊਗਾ। ਇਹ ਗੱਲ ਹੈ 1295 ਤੋਂ ਲੈ ਕੇ 1315 ਤੱਕ ਦੀ, ਜਦੋਂ ਅਲਾਉਦੀਨ ਖਿਲਜੀ ਰਾਜਪੂਤਾਨਾ ਯਾਨੀ ਕਿ ਅੱਜ ਦੇ ਜੈਸਲਮੇਰ ਇਲਾਕੇ ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਮਲੇ ਕਰ ਰਿਹਾ ਸੀ। ਸੋ ਇਹਨਾਂ ਹਮਲਿਆਂ ਦੇ ਪ੍ਰਭਾਵ ਨਾਲ ਉੱਥੇ ਤਿੰਨ ਤਰ੍ਹਾਂ ਦੇ ਲੋਕ ਸਾਹਮਣੇ ਆਏ। ਪਹਿਲੇ ਜਿਹੜੇ ਡਰ ਦੇ ਮਾਰੇ ਰਾਤੋਂ ਰਾਤ ਇਲਾਕਾ ਛੱਡ ਕੇ ਭੱਜ ਗਏ। ਦੂਜੇ ਉਹ ਜਿਨ੍ਹਾਂ ਹਮਲਾਵਰ ਦੀ ਈਨ ਮੰਨ ਕੇ ਇਸਲਾਮ ਧਰਮ ਕਬੂਲ ਕਰ ਲਿਆ ਤੇ ਤੀਜੇ ਉਹ ਜਿਨ੍ਹਾਂ ਨੂੰ ਆਪਣੀ ਜਾਨ ਨਾਲੋਂ ਆਪਣੀ ਅਣਖ ਵੱਧ ਪਿਆਰੀ ਸੀ, ਜਿਨ੍ਹਾਂ ਖਿਲਜੀ ਦੀ ਬੇਸ਼ੁਮਾਰ ਫੌਜ ਦਾ ਡਟ ਕੇ ਮੁਕਾਬਲਾ ਕੀਤਾ। ਤੇ ਇਹਨਾਂ ਮੁਕਾਬਲਾ ਕਰਨ ਵਾਲਿਆਂ ਚੋਂ ਹੀ ਇੱਕ ਸੀ ਰਾਜਾ ਜੈਸਲ ਰਾਵਲ ਦਾ ਪੁੱਤਰ ਰਾਣਾ ਰਾਏ। ਭੱਟਬਈਆਂ ਮੁਤਾਬਕ ਇਹ ਸਾਰੇ ਭੱਟ ਪਰਿਵਾਰ ਦੇ ਵੰਸ਼ਜ ਸਨ। ਜਦੋਂ ਆਪਾਂ ਇਤਿਹਾਸਿਕ ਸਰੋਤ ਤਾਰੀਖੇ ਖਿਲਜੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਖਿਲਜੀ ਦੇ ਅਵਗੁਣਾਂ ਨੂੰ ਲੋੜੋਂ ਵੱਧ ਵਧਾ ਚੜਾ ਕੇ ਲਿਖਿਆ ਗਿਆ ਹੈ, ਪਰ ਹਰ ਮਨੁੱਖ ਦੀ ਤਰ੍ਹਾਂ ਉਹਦੇ ਵਿੱਚ ਕੁਝ ਗੁਣ ਵੀ ਸਨ। ਰਾਣਾ ਰਾਏ ਬੜੀ ਬਹਾਦਰੀ ਨਾਲ ਲੜਿਆ, ਪਰ ਖਿਲਜੀ ਦੀ ਲੰਮੀ ਚੌੜੀ ਫੌਜ ਤੇ ਜੰਗੀ ਸਾਧਨਾਂ ਦੇ ਸਾਹਮਣੇ ਉਹਦੀ ਮੁੱਠੀ ਭਰ ਫੌਜ ਕਿੰਨਾ ਚਿਰ ਟਿਕਦੀ। ਸੋ ਉਹਨੂੰ ਗ੍ਰਿਫਤਾਰ ਕਰਕੇ ਖਿਲਜੀ ਦੇ ਸਾਹਮਣੇ ਪੇਸ਼ ਕੀਤਾ ਗਿਆ, ਪਰ ਅਲਾਉਦੀਨ ਖਿਲਜੀ ਨੇ ਉਹਨੂੰ ਕਤਲ ਨਹੀਂ ਕਰਵਾਇਆ। ਕਹਿੰਦਾ ਰਾਣਾ ਰਾਏ ਆਪਣੀ ਮੌਤ ਨੂੰ ਸਪਸ਼ਟ ਸਾਹਮਣੇ ਵੇਖ ਕੇ ਵੀ ਤੂੰ ਘਬਰਿਆ ਨਹੀਂ ਤੇ ਜ਼ਬਰਦਸਤ ਮੁਕਾਬਲਾ ਕੀਤਾ। ਤੂੰ ਮੇਰਾ ਦਿਲ ਜਿੱਤ ਲਿਆ ਹੈ ਤੇ ਜੇ ਕਿਤੇ ਤੂੰ ਇਸਲਾਮ ਕਬੂਲ ਕਰਕੇ ਮੇਰਾ ਜਰਨੈਲ ਬਣ ਜਾਵੇਂ ਤਾਂ ਮੈਂ ਸੁਗਾਤਾਂ ਨਾਲ ਤੈਨੂੰ ਲੱਦ ਦੇਵਾਂਗਾ। ਰਾਣਾ ਰਾਏ ਕੋਲ ਵੀ ਹੋਰ ਕੋਈ ਰਾਹ ਨਹੀਂ ਸੀ ਬਚਿਆ, ਸੋ ਇਸਲਾਮ ਕਬੂਲ ਕਰਕੇ ਉਹ ਮੁਸਲਮਾਨ ਬਣ ਗਿਆ ਤੇ ਅਲਾਉਦੀਨ ਖਿਲਜੀ ਨੇ ਪੰਜਾਬ ਦੇ ਇਲਾਕੇ 'ਚ ਹਜ਼ਾਰਾਂ ਮਰਬੇ ਜ਼ਮੀਨ ਦੇ ਕੇ ਉਹਦਾ ਘਰ ਭਰ ਦਿੱਤਾ। ਭੱਟਬਈਆਂ ਮੁਤਾਬਕ ਰਾਣਾ ਰਾਏ ਦੇ ਇਸ ਭੱਟ ਪਰਿਵਾਰ ਨੂੰ ਜਿੱਥੇ ਜਿੱਥੇ ਵੀ ਜ਼ਮੀਨ ਦਿੱਤੀ ਗਈ ਸੀ, ਜਿਵੇਂ ਜਿਵੇਂ ਪਰਿਵਾਰਕ ਪੀੜ੍ਹੀਆਂ ਅੱਗੇ ਵਧਦੀਆਂ ਗਈਆਂ, ਉਹਨਾਂ ਨੇ ਉੱਥੇ ਉੱਥੇ ਜਾ ਕੇ ਆਪਣੇ ਨਾਮ ਤੋਂ ਪਿੰਡ ਵਸਾਏ। ਭੱਟੀ ਵੰਡ ਅੱਜ ਦਾ ਨਾਮ ਬਠਿੰਡਾ, ਭੱਟੀ ਵਾਲਾ ਅੱਜ ਦਾ ਨਾਮ ਬਟਾਲਾ ਤੇ ਭੱਟੀ ਵੱਡ ਅੱਜ ਦਾ ਨਾਮ ਪੱਠੇ ਵੱਡ। ਤੇ ਉਸ ਸਮੇਂ ਜਿਹੜਾ ਸਭ ਤੋਂ ਵੱਡਾ ਨਗਰ ਵਸਾਇਆ ਗਿਆ ਸੀ ਉਹਦਾ ਨਾਮ ਸੀ ਰਾਏਪੁਰਾ ਜਾਂ ਫਿਰ ਰਾਏ ਭੋਏ ਦੀ ਤਲਵੰਡੀ। ਤਲ ਮਤਲਬ ਜ਼ਮੀਨ ਤੇ ਵੰਡੀ ਦਾ ਮਤਲਬ ਹਿੱਸਾ, ਯਾਨੀ ਕਿ ਰਾਏ ਨੂੰ ਜਿਹੜੀ ਜ਼ਮੀਨ ਵੰਡ ਵਿੱਚ ਆਈ। ਤੇ ਇਹ ਰਾਣਾ ਰਾਏ ਜਦੋਂ ਰਾਏ ਭੋਏ ਦੀ ਤਲਵੰਡੀ ਆ ਕੇ ਵਸਿਆ ਤਾਂ ਉੱਥੇ ਰਾਜਪੂਤਾਨੇ ਵਿੱਚ ਆਪਣੀ ਜ਼ਮੀਨ ਦਾ ਲੇਖਾ ਜੋਖਾ ਸਾਂਭਣ ਵਾਲੇ ਸ਼ਿਵ ਨਾਰਾਇਣ ਨੂੰ ਵੀ ਆਪਣੇ ਨਾਲ ਲੈ ਆਇਆ। ਸਮਾਂ ਆਪਣੀ ਚਾਲ ਚੱਲਦਾ ਰਿਹਾ ਤੇ ਹੁਣ ਰਾਣਾ ਰਾਏ ਦੀਆਂ ਪੀੜ੍ਹੀਆਂ ਚੋਂ ਅੱਗੇ ਚੱਲ ਕੇ ਰਾਏ ਬੁਲਾਰ ਇਸ ਇਲਾਕੇ ਦਾ ਮੁਖੀ ਬਣਿਆ ਤੇ ਸ਼ਿਵ ਨਾਰਾਇਣ ਦੀਆਂ ਪੀੜ੍ਹੀਆਂ ਚੋਂ ਅੱਗੇ ਚੱਲ ਕੇ ਹੁਣ ਕਲਿਆਣ ਦਾਸ ਬੇਦੀ ਇਹਨਾਂ ਦੀ ਜ਼ਮੀਨ ਦਾ ਹਿਸਾਬ ਕਿਤਾਬ ਰੱਖਦੇ ਹਨ। ਇਹ ਕਲਿਆਣ ਦਾਸ ਬੇਦੀ ਉਹੀ ਹਨ ਜਿਨ੍ਹਾਂ ਨੂੰ ਆਪਾਂ ਮਹਿਤਾ ਕਾਲੂ ਜੀ ਦੇ ਨਾਮ ਨਾਲ ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦੇ ਰੂਪ ਵਿੱਚ ਜਾਣਦੇ ਹਾਂ। ਦਰਅਸਲ ਮਹਿਤਾ ਅੱਜ ਕੱਲ ਦੇ ਕਾਨੂੰਗੋ ਵਰਗਾ ਇੱਕ ਅਹੁਦਾ ਹੁੰਦਾ ਸੀ ਜਿਹਦੇ ਥੱਲੇ ਕਈ ਪਟਵਾਰੀ ਕੰਮ ਕਰਦੇ ਸਨ, ਜੋ ਰਾਜੇ ਦੇ ਸਾਰੇ ਜ਼ਮੀਨੀ ਕਾਰੋਬਾਰ ਦਾ ਹਿਸਾਬ ਕਿਤਾਬ ਰੱਖਦਾ ਸੀ। ਤੇ ਇਸੇ ਰਾਏ ਬੁਲਾਰ ਨੇ ਹੀ ਆਪਣੇ 1520 ਮਰਬਿਆਂ ਚੋਂ 757 ਮਰਬੇ ਜ਼ਮੀਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਭੇਟਾ ਕਰ ਦਿੱਤੀ ਸੀ। ਤੇ ਉਹਨਾਂ ਸਮਿਆਂ 'ਚ ਬਹਿਲੋਲੀ ਕਰੰਸੀ ਚੱਲਦੀ ਹੁੰਦੀ ਸੀ ਕਿਉਂਕਿ ਉਦੋਂ ਬਹਿਲੋਲ ਲੋਧੀ ਦੇ ਵੰਸ਼ਜ ਰਾਜ ਕਰ ਰਹੇ ਸਨ। ਇਤਿਹਾਸਿਕ ਸਰੋਤਾਂ ਮੁਤਾਬਕ 9,990 ਬਹਿਲੋਲੀ ਸਿੱਕਿਆਂ ਦੀ ਆਮਦਨ ਸਾਲਾਨਾ ਇਸ ਜ਼ਮੀਨ ਤੋਂ ਹੁੰਦੀ ਸੀ, ਜੋ ਕਿ ਅੱਜ ਦੇ ਕਰੋੜਾਂ ਰੁਪਏ ਦੇ ਬਰਾਬਰ ਹੈ। ਇੱਕ ਬਹਿਲੋਲੀ ਸਿੱਕੇ ਦੀ ਕੀਮਤ ਦਾ ਅੰਦਾਜ਼ਾ ਆਪਾਂ ਇੱਥੋਂ ਲਾ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੂੰ ਮਾਤਰ 20 ਬਹਿਲੋਲੀ ਸਿੱਕੇ ਦੇ ਕੇ ਉਹਨਾਂ ਦੇ ਪਿਤਾ ਜੀ ਨੇ ਵਪਾਰ ਖੜਾ ਕਰਨ ਲਈ ਭੇਜਿਆ ਸੀ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਇਸ ਜ਼ਮੀਨ ਚੋਂ ਇੱਕ ਵੀ ਪੈਸਾ ਆਪਣੀ ਨਿੱਜੀ ਵਰਤੋਂ ਵਿੱਚ ਨਹੀਂ ਲਿਆ।
ਇਹ ਸਾਰਾ ਧਨ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਮਦਦ ਵਿੱਚ ਖਰਚਿਆ ਜਾਂਦਾ ਸੀ ਤੇ ਜਿਹੜੀ ਜ਼ਮੀਨ ਤੇ ਸਤਿਗੁਰ ਪਾਤਸ਼ਾਹ ਖੇਤੀ ਕਰਦੇ ਰਹੇ ਉਹ ਜ਼ਮੀਨ ਗੁਰੂ ਨਾਨਕ ਸਾਹਿਬ ਨੇ ਆਪ ਖਰੀਦੀ ਸੀ। ਪਰ ਸੋਚਣ ਵਾਲੀ ਗੱਲ ਹੈ ਕਿ ਜੇ ਇਸਲਾਮ ਦੇ ਮੰਨੇ ਪਰਮੰਨੇ ਫਕੀਰ ਉਸ ਇਲਾਕੇ ਵਿੱਚ ਮੌਜੂਦ ਸਨ, ਜਦੋਂ ਸੈयद ਅਹਿਮਦ ਮੀਰ ਤੱਕੀ ਵਰਗਾ ਇਸਲਾਮ ਦਾ ਚੋਟੀ ਦਾ ਫਕੀਰ ਇੱਥੇ ਲਾਹੌਰ ਵਿੱਚ ਹੀ ਬੈਠਾ ਸੀ, ਤਾਂ ਫਿਰ ਵੀ ਰਾਏ ਬੁਲਾਰ ਨੇ ਇਹ ਜ਼ਮੀਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਹੀ ਕਿਉਂ ਭੇਟਾ ਕੀਤੀ। ਦਰਅਸਲ ਇੱਕ ਦਿਨ ਜਦੋਂ ਰਾਏ ਬੁਲਾਰ ਆਪਣੇ ਇਲਾਕੇ ਦਾ ਗੇੜਾ ਕੱਟ ਕੇ ਆ ਰਿਹਾ ਸੀ ਤਾਂ ਉਹਨੇ ਵੇਖਿਆ ਕਿ ਗੁਰੂ ਸਾਹਿਬ ਮੱਝਾਂ ਚਰਾਉਂਦੇ ਚਰਾਉਂਦੇ ਦਰਖਤ ਥੱਲੇ ਲੇਟ ਕੇ ਆਰਾਮ ਕਰ ਰਹੇ ਹਨ। ਜਦੋਂ ਸੂਰਜ ਦੀ ਦਿਸ਼ਾ ਬਦਲਦੀ ਹੈ ਤਾਂ ਦਰਖਤਾਂ ਦੇ ਪਰਛਾਵੇਂ ਢਲ ਜਾਂਦੇ ਹਨ। ਨੇੜੇ ਤੇੜੇ ਦੇ ਸਾਰੇ ਦਰਖਤਾਂ ਦੇ ਪਰਛਾਵੇਂ ਢਲ ਚੁੱਕੇ ਸਨ, ਪਰ ਜਿਹੜੇ ਰੁੱਖ ਥੱਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਰਾਮ ਕਰ ਰਹੇ ਸਨ ਉਹਦਾ ਪਰਛਾਵਾਂ ਉੱਥੇ ਦਾ ਉੱਥੇ ਹੀ ਖੜਾ ਸੀ। ਇਹ ਵੇਖ ਕੇ ਰਾਏ ਬੁਲਾਰ ਬੜਾ ਹੈਰਾਨ ਹੋਇਆ ਤੇ ਉਹ ਸਮਝ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਸੱਚਮੁੱਚ ਖੁਦਾ ਦਾ ਰੂਪ ਹਨ, ਜਿਨ੍ਹਾਂ ਤੇ ਕਾਲ ਤੇ ਸਮੇਂ ਦਾ ਕੋਈ ਅਸਰ ਹੀ ਨਹੀਂ ਹੁੰਦਾ। ਸੋ ਇਸ ਘਟਨਾ ਦਾ ਬੜਾ ਡੂੰਘਾ ਅਸਰ ਹੋਇਆ ਰਾਏ ਬੁਲਾਰ ਦੇ ਮਨ ਤੇ ਜੇ ਰਾਏ ਬੁਲਾਰ ਦੇ ਨਿੱਜੀ ਜੀਵਨ ਦੀ ਗੱਲ ਕਰੀਏ ਤਾਂ 16 ਵਰਿਆਂ ਦੀ ਨਿੱਕੀ ਜਿਹੀ ਉਮਰ 'ਚ ਵਿਆਹ ਹੋ ਜਾਣ ਤੋਂ ਬਾਅਦ ਵੀ 41 ਵਰਿਆਂ ਦਾ ਹੋ ਜਾਣ ਤੱਕ ਰਾਏ ਬੁਲਾਰ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ। ਉਹਨੇ ਪਤਾ ਨਹੀਂ ਕਿੰਨੇ ਪੀਰ ਪੈਗੰਬਰਾਂ ਦੇ ਦਰ ਗਾ ਲਏ ਸਨ, ਪਰ ਕਿਤੇੋਂ ਫਾਇਦਾ ਨਹੀਂ ਸੀ ਹੋਇਆ। ਪਰ ਇਸ ਧੁੱਪ ਤੇ ਪਰਛਾਵੇਂ ਵਾਲੀ ਘਟਨਾ ਤੋਂ ਉਹ ਸਮਝ ਗਿਆ ਸੀ ਕਿ ਇਸ ਦਰ ਤੋਂ ਹੀ ਉਹਦੀ ਝੋਲੀ ਭਰ ਸਕਦੀ ਹੈ ਤੇ ਹੋਇਆ ਵੀ ਏਦਾਂ ਹੀ। ਸਤਿਗੁਰ ਪਾਤਸ਼ਾਹ ਦੀ ਰਹਿਮਤ ਸਦਕਾ ਥੋੜੇ ਸਮੇਂ ਬਾਅਦ ਹੀ ਰਾਏ ਬੁਲਾਰ ਦੇ ਘਰ ਪੁੱਤਰ ਨੇ ਜਨਮ ਲਿਆ। ਸੋ ਇਸ ਘਟਨਾ ਤੋਂ ਬਾਅਦ ਰਾਏ ਬੁਲਾਰ ਨੇ ਖੁਸ਼ੀ ਨਾਲ ਆਪਣੀ ਜਾਇਦਾਦ ਭੇਟਾ ਕਰਨ ਦਾ ਮਨ ਬਣਾ ਲਿਆ ਸੀ ਤੇ ਫਿਰ ਆਪਣੇ ਹਿੱਸੇ ਆਉਂਦੇ 1520 ਮਰਬਿਆਂ ਚੋਂ 757 ਮਰਬੇ ਯਾਨੀ ਕਿ 19,000 ਕਿੱਲੇ ਜ਼ਮੀਨ ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਭੇਟਾ ਕਰ ਦਿੱਤੀ। ਅੱਜ ਇਸ ਜ਼ਮੀਨ ਦੇ ਇੱਕ ਬਹੁਤ ਹੀ ਛੋਟੇ ਹਿੱਸੇ ਦੀ ਆਮਦਨ ਗੁਰਦੁਆਰਾ ਨਨਕਾਣਾ ਸਾਹਿਬ ਕਮੇਟੀ ਨੂੰ ਜਾਂਦੀ ਹੈ ਤੇ ਬਾਕੀ ਦੀ ਜ਼ਮੀਨ ਰਾਏ ਬੁਲਾਰ ਦੀ 14ਵੀਂ ਪੀੜ੍ਹੀ ਦੇ ਵੰਸ਼ਜ ਵਾਹੁੰਦੇ ਤੇ ਉਹਦੀ ਕਮਾਈ ਸਾਂਭਦੇ ਹਨ। ਤੇ ਇਸੇ ਜ਼ਮੀਨ ਤੇ ਹੱਕ ਜਤਾਉਂਦਿਆਂ ਰਾਏ ਬੁਲਾਰ ਦੀ 14ਵੀਂ ਪੀੜ੍ਹੀ ਨੇ ਸ਼ੇਖੋਪੁਰਾ ਸੈਸ਼ਨ ਕੋਰਟ ਵਿੱਚ ਮੁਕੱਦਮਾ ਦਾਇਰ ਕਰਤਾ ਸੀ। ਦਲੀਲ ਇਹ ਦਿੱਤੀ ਗਈ ਕਿ ਕਿਸੇ ਸਮੇਂ ਸਾਡੇ ਵਡੇਰੇ ਰਾਏ ਬੁਲਾਰ ਦਾ ਦਿਮਾਗ ਫਿਰ ਗਿਆ ਤੇ ਉਹਨੇ ਸਾਡੀ ਜ਼ਮੀਨ ਇੱਕ ਫਕੀਰ ਗੁਰੂ ਨਾਨਕ ਦੇ ਨਾਮ ਕਰ ਦਿੱਤੀ, ਪਰ ਲੰਮੇ ਸਮੇਂ ਤੋਂ ਇਸ ਜ਼ਮੀਨ ਦੀ ਸਾਰ ਸੰਭਾਲ ਤਾਂ ਅਸੀਂ ਹੀ ਕਰਦੇ ਆ ਰਹੇ ਹਾਂ। ਸੋ ਕਾਗਜ਼ਾਂ ਵਿੱਚ ਵੀ ਇਹ ਜ਼ਮੀਨ ਸਾਡੇ ਹੀ ਨਾਮ ਕਰਕੇ ਇਹਦਾ ਮਾਲਕਾਨਾ ਹੱਕ ਸਾਨੂੰ ਦੇ ਦਿੱਤਾ ਜਾਵੇ। ਸ਼ੇਖੋਪੁਰਾ ਸੈਸ਼ਨ ਕੋਰਟ ਤੋਂ ਸ਼ੁਰੂ ਹੋਇਆ ਇਹ ਮੁਕੱਦਮਾ ਦਹਾਕਿਆਂ ਤੱਕ ਲਾਹੌਰ ਹਾਈ ਕੋਰਟ ਤੇ ਫਿਰ ਇਸਲਾਮਾਬਾਦ ਸੁਪਰੀਮ ਕੋਰਟ ਤੱਕ ਚੱਲਦਾ ਰਿਹਾ, ਪਰ ਹਰ ਵਾਰ ਫੈਸਲਾ ਭੱਟੀ ਖਾਨਦਾਨ ਦੇ ਉਲਟ ਹੀ ਰਿਹਾ। ਆਖਰਕਾਰ ਇੱਕ ਸਿਆਣੇ ਜੱਜ ਨੇ ਸਲਾਹ ਦਿੱਤੀ ਕਿ ਅਗਲੀ ਸੁਣਵਾਈ ਵਿੱਚ ਤੁਸੀਂ ਆਪਣੇ ਇਲਾਕੇ ਦੇ ਕੁਝ ਮੋਤਵਾਰ ਬੰਦੇ ਵੀ ਆਪਣੇ ਨਾਲ ਲੈ ਕੇ ਆਇਓ। ਸੋ ਅਗਲੀ ਵਾਰ ਮਿਲਣ ਤੇ ਜੱਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਜਿੰਨੀ ਵਾਰ ਮਰਜ਼ੀ ਅਪੀਲ ਕਰ ਲਵੋ, ਇਹ ਜ਼ਮੀਨ ਤੁਹਾਡੇ ਨਾਮ ਨਹੀਂ ਹੋ ਸਕਦੀ ਕਿਉਂਕਿ ਤੁਹਾਡੇ ਵਡੇਰਿਆਂ ਨੇ ਆਪ ਇਹ ਜ਼ਮੀਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਭੇਟਾ ਕੀਤੀ ਸੀ। ਫਿਰ ਵੀ ਨਾ ਤਾਂ ਕਦੀ ਉਹਨਾਂ ਆਪ, ਨਾ ਕਦੀ ਉਹਨਾਂ ਦੇ ਪੁੱਤਰਾਂ ਨੇ ਤੇ ਨਾ ਹੀ ਸਿੱਖਾਂ ਨੇ ਇਸ ਜ਼ਮੀਨ ਤੇ ਆਪਣਾ ਹੱਕ ਜਤਾਇਆ। ਤੁਸੀਂ ਇਸ ਜ਼ਮੀਨ ਦੇ ਕਾਸ਼ਤਕਾਰ ਹੋ, ਖੇਤੀ ਕਰਕੇ ਇਹਦੀ ਕਮਾਈ ਲੈ ਸਕਦੇ ਹੋ ਤੇ ਲੈ ਵੀ ਰਹੇ ਹੋ, ਪਰ ਮੈਂ ਬਤੌਰ ਸੁਪਰੀਮ ਕੋਰਟ ਦਾ ਜੱਜ ਵੀ ਇਹ ਜ਼ਮੀਨ ਤੁਹਾਡੇ ਨਾਮ ਕਰਾਉਣ ਦਾ ਫੈਸਲਾ ਨਹੀਂ ਦੇ ਸਕਦਾ। ਇਹ ਜ਼ਮੀਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਹੀ ਬੋਲਦੀ ਸੀ ਤੇ ਉਹਨਾਂ ਦੇ ਨਾਮ ਹੀ ਬੋਲਦੀ ਰਹੂਗੀ। ਜੱਜ ਸਾਹਿਬ ਤੇ ਮੋਤਵਾਰ ਬੰਦਿਆਂ ਦੇ ਸਮਝਾਉਣ ਤੇ ਆਖਰਕਾਰ ਇਹ ਗੱਲ ਭੱਟੀ ਖਾਨਦਾਨ ਦੇ ਖਾਨੇ ਪੈ ਗਈ ਤੇ ਉਹਨਾਂ ਆਪਣਾ ਕੇਸ ਵਾਪਸ ਲੈ ਲਿਆ। ਸੋ ਇਹ ਸੀ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨਾਲ ਜੁੜਿਆ ਇਹੋ ਜਿਹਾ ਇਤਿਹਾਸ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ। ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।